हेलो स्टूडेंट्स, आई एम सुखविंदर कौर फ्रॉम डिपार्टमेंट ऑफ इकोनॉमिक्स जीडीएसटी कॉलेज हरियाणा हुशियारपुर। ਅੱਜ ਇਸ ਲੈਕਚਰ ਦੇ ਵਿੱਚ ਅਸੀਂ ਟੌਪਿਕ ਜਿਹੜਾ ਕਰਨਾ ਬੈਲੈਂਸਡ ਗਰੋਥ, ਬੈਲੈਂਸਡ ਡਿਵੈਲਪਮੈਂਟ ਐਜ਼ ਅ ਸਟ੍ਰੈਟਜੀ ਆਫ ਇਕਨੋਮਿਕ ਡਿਵੈਲਪਮੈਂਟ। ਬੈਲੈਂਸਡ ਗਰੋਥ ਤੁਸੀਂ ਇਕਨੋਮਿਕ ਡਿਵੈਲਪਮੈਂਟ ਲਈ ਕਿੱਦਾਂ ਇੱਕ ਸਟ੍ਰੈਟਜੀ ਦੇ ਤੌਰ 'ਤੇ ਯੂਜ਼ ਕਰ ਸਕਦੇ ਹੋ, ਕਿੱਦਾਂ ਇਕਨੋਮਿਕ ਡਿਵੈਲਪਮੈਂਟ ਲਈ ਇੱਕ ਸਟ੍ਰੈਟਜੀ ਹੈ ਬੈਲੈਂਸਡ ਗਰੋਥ। ਇਹ ਟੌਪਿਕ ਆਪਾਂ ਅੱਜ ਕਰਾਂਗੇ। ਔਰ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਅੰਡਰ ਡਿਵੈਲਪ ਕੰਟਰੀਜ਼ ਆ ਜਿਹੜੀਆਂ, ਇਹਨਾਂ ਦੇ ਵਿੱਚ ਵਿਸ਼ੀਅਸ ਸਰਕਲ ਆਫ ਪਾਵਰਟੀ ਪਾਇਆ ਜਾਂਦਾ ਔਰ ਕਿ ਇਹਦੇ ਵਿੱਚੋਂ ਨਿਕਲਣਾ, ਪਾਵਰਟੀ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਪਾਵਰਟੀ ਦੇ ਸਰਕਲ ਦੇ ਵਿੱਚੋਂ, ਚੱਕਰ ਦੇ ਵਿੱਚੋਂ ਨਿਕਲਣਾ ਬਹੁਤ ਔਖਾ। ਇੰਪਲਾਇਮੈਂਟ ਘੱਟ ਹੁੰਦੀ ਆ, ਆਊਟਪੁੱਟ ਘੱਟ ਹੁੰਦੀ ਹੈ, ਇਨਕਮ ਘੱਟ ਹੁੰਦੀ ਹੈ, ਸੇਵਿੰਗ ਘੱਟ ਹੁੰਦੀ ਹੈ, ਇਨਵੈਸਟਮੈਂਟ ਘੱਟ ਹੁੰਦੀ ਹੈ ਕਿਉਂਕਿ ਇਨਕਮ ਘੱਟ ਹੁੰਦੀ ਹੈ, ਕਿਉਂਕਿ ਇੰਪਲਾਇਮੈਂਟ ਘੱਟ ਹੁੰਦੀ। ਇੱਕ ਚੱਕਰ ਚੱਲਦਾ ਜਿਹਦੇ ਵਿੱਚੋਂ ਨਿਕਲਣਾ, ਇਸ ਚੱਕਰ ਦੇ ਵਿੱਚ, ਇਸ ਸਰਕਲ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ। ਇਸ ਲਈ ਇਸਨੂੰ ਵਿਸ਼ੀਅਸ ਸਰਕਲ ਆਫ ਪਾਵਰਟੀ ਜਿਹੜਾ ਆਪਾਂ ਕਹਿ ਦਿੰਦੇ ਆ। ਪਰ ਜਿਹੜੇ ਬਹੁਤ ਸਾਰੇ ਇਕੋਨਮਿਸਟਸ ਆ, ਉਹਨਾਂ ਨੇ ਬਹੁਤ ਸਾਰੀਆਂ ਸਟ੍ਰੈਟਜੀਜ਼ ਦੇ ਦਿੱਤੀਆਂ ਇਕਨੋਮਿਕ ਡਿਵੈਲਪਮੈਂਟ ਦੇ ਲਈ। ਸਟ੍ਰੈਟਜੀ ਆਫ ਦੀ ਡਿਵੈਲਪਮੈਂਟ ਰੈਫਰਸ ਟੂ ਦੀ ਡਿਟੇਲਡ ਐਕਸ਼ਨਸ ਐਂਡ ਪਾਲਿਸੀਜ਼ ਵਿਚ ਆਰ ਟੂ ਬੀ ਅਡੋਪਟਡ ਟੂ ਅਚੀਵ ਡੈਫੀਨਿਟ ਆਬਜੈਕਟਿਵਸ। ਮੀਨਸ ਕਿਸੇ ਡੈਫੀਨਿਟ ਆਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਜਦੋਂ ਤੁਸੀਂ ਇੱਕ ਪਾਲਿਸੀ ਬਣਾਉਂਦੇ ਹੋ, ਉਹ ਸਾਰੀਆਂ ਨੀਤੀਆਂ, ਉਹ ਸਾਰੇ ਕੰਮ ਜਿਹੜੇ ਤੁਸੀਂ ਇੱਕ ਡੈਫੀਨਿਟ ਇੱਕ ਸੈੱਟ ਆਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਬਣਾਉਂਦੇ ਹੋ, ਜਿਹੜੀਆਂ ਵੀ ਨੀਤੀਆਂ ਬਣਾਉਂਦੇ ਹੋ, ਉਹਨਾਂ ਨੂੰ ਤੁਸੀਂ ਸਟ੍ਰੈਟਜੀ ਕਹਿੰਦੇ ਹੋ। ਦੋ ਤਰ੍ਹਾਂ ਦੀਆਂ ਸਟ੍ਰੈਟਜੀਜ਼ ਆਉਂਦੀਆਂ, ਇੱਕ ਆਉਂਦੀ ਹੈ ਥਿਊਰੀ ਆਫ ਬੈਲੈਂਸਡ ਗਰੋਥ, ਇੱਕ ਆਉਂਦੀ ਹੈ ਥਿਊਰੀ ਆਫ ਅਨਬੈਲੈਂਸਡ ਗਰੋਥ। ਅਨਬੈਲੈਂਸਡ ਗਰੋਥ ਦਾ ਕੰਸੈਪਟ ਆਪਾਂ ਪਹਿਲਾਂ ਕਰ ਚੁੱਕੇ ਹਾਂ, ਅਤੇ ਬੈਲੈਂਸਡ ਗਰੋਥ ਦਾ ਕੰਸੈਪਟ ਜਿਹੜਾ ਅਸੀਂ ਅੱਜ ਕਰਾਂਗੇ। ਸਭ ਤੋਂ ਪਹਿਲਾਂ ਤਾਂ ਬੈਲੈਂਸਡ ਗਰੋਥ ਹੈ ਕੀ? ਬਹੁਤ ਘੱਟ ਲਿਖਿਆ ਮੈਂ, ਅਦਰਵਾਈਜ਼ ਤੁਹਾਨੂੰ ਮੈਂ ਸਟੱਡੀ ਮਟੀਰੀਅਲ ਸੈਂਡ ਕਰਾਂਗੀ, ਉਹ ਤੁਸੀਂ ਨਾਲ ਦੇਖੋਗੇ। ਕਹਿੰਦਾ ਕਿ ਬੈਲੈਂਸਡ ਗਰੋਥ ਮੀਨਸ ਆਲ ਸੈਕਟਰਸ ਆਫ ਦੀ ਇਕੋਨਮੀ ਸ਼ੁੱਡ ਗਰੋ ਸਾਈਮਲਟੇਨੀਅਸਲੀ। ਜਦੋਂ ਇਕੋਨਮੀ ਦੇ ਸਾਰੇ ਸੈਕਟਰਸ ਇਕੱਠੇ ਗਰੋ ਕਰਦੇ ਆ, ਉਹਨੂੰ ਤੁਸੀਂ ਬੈਲੈਂਸਡ ਗਰੋਥ ਕਹਿੰਦੇ ਹੋ। ਜਦੋਂ ਸਾਰੇ ਮਤਲਬ ਪ੍ਰਾਇਮਰੀ ਸੈਕਟਰ, ਟਰਸ਼ਰੀ ਸੈਕਟਰ, ਸੈਕੰਡਰੀ ਸੈਕਟਰ, ਇਹ ਜਦੋਂ 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 ਸਾਰੇ ਇਹ ਇਕੱਠੇ ਹੀ ਗਰੋ ਕਰਨਗੇ, ਸਾਰੇ ਏਰੀਆਜ਼, ਸਾਰੇ ਸੈਕਟਰਸ, ਸਾਰੇ ਰੀਜ਼ਨਸ ਇਕੱਠੇ ਜਦੋਂ ਗਰੋ ਕਰਨਗੇ, ਉਸਨੂੰ ਤੁਸੀਂ ਕਹਿੰਦੇ ਹੋ ਬੈਲੈਂਸਡ ਗਰੋਥ। ਔਰ ਇਹ ਜਿਹੜਾ ਕੰਸੈਪਟ ਹੈ ਤੁਹਾਨੂੰ ਫਰੈਂਡਲਿਕ ਲਿਸਟ, ਫਰੈਂਡਲਿਕ ਲਿਸਟ, FREDRICK, ਫਰੈਡਰਿਕ ਲਿਸਟ, LIST ਲਿਸਟ, ਇਕੋਨਮਿਸਟ ਹੈਗੇ ਆ, ਇਹਨਾਂ ਨੇ ਦਿੱਤਾ। ਔਰ 1928 ਦੇ ਵਿੱਚ ਅਰਥਰ ਯੰਗ ਜਿਹੜੇ ਸੀਗੇ, ਉਹਨਾਂ ਨੇ ਵੀ ਇਸ ਧਾਰਨਾ ਦਾ ਪ੍ਰਤੀਪਾਦਨ ਕੀਤਾ ਹੈ। ਵੈਸੇ ਜਿਹੜੀ ਸਾਨੂੰ ਇੱਥੇ ਪ੍ਰੋਪਰ ਜਿਹੜੀ ਇਹ ਐਕਸਪਲੇਨੇਸ਼ਨ ਆ, ਇਹਦਾ ਜਿਹੜਾ ਸਮਰਥਨ ਜਿਹੜਾ ਕੀਤਾ, ਔਰ ਜਿਹੜੀ ਅਸੀਂ ਪੂਰੀ ਥਿਊਰੀ ਪੜ੍ਹਦੇ ਹਾਂ, ਅਸੀਂ ਰੋਜਸਟਨ ਰੋਡਾਨ ਦੀ ਪੜ੍ਹਦੇ ਹਾਂ, ROSENSTEIN, ਰਾਜਸਥੀਨ ਟੀਨ ਰੋਡਾਨ, RODAN। ਇਸਨੂੰ ਰੋਡਾਨ ਦੀ ਬੈਲੈਂਸਡ ਗਰੋਥ ਥਿਊਰੀ ਵੀ ਕਹਿ ਦਿੰਦੇ ਆਪਾਂ ਕਈ ਵਾਰ, ਹੈ ਨਾ। ਔਰ ਇਹਨਾਂ ਨੇ ਆਪਣਾ ਇੱਕ ਲੇਖ ਸੀਗਾ, ਇੱਕ ਐਸੇ ਸੀਗਾ, ਪ੍ਰੋਬਲਮਸ ਆਫ ਇੰਡਸਟਰੀਅਲਾਈਜੇਸ਼ਨ ਆਫ ਈਸਟਰਨ ਯੂਰਪ, ਪ੍ਰੋਬਲਮਸ ਆਫ ਇੰਡਸਟਰੀਅਲਾਈਜੇਸ਼ਨ ਆਫ ਈਸਟਰਨ ਯੂਰਪ, ਪ੍ਰੋਬਲਮਸ ਆਫ ਇੰਡਸਟਰੀਅਲਾਈਜੇਸ਼ਨ ਆਫ ਈਸਟਰਨ ਯੂਰਪ, ਇਹ ਯੂਰਪ ਉਹਨਾਂ ਦਾ ਇਹ ਐਸੇ ਸੀਗਾ। ਉਹਦੇ ਵਿੱਚ ਉਹਨਾਂ ਨੇ ਇਹਨੂੰ ਐਕਸਪਲੇਨ ਕੀਤਾ ਆ ਕਿ ਜਦੋਂ ਇਕੋਨਮੀ ਦੇ ਸਾਰੇ ਸੈਕਟਰਸ ਇਕੱਠੇ ਜਿਹੜੇ ਡਿਵੈਲਪ ਕਰਦੇ ਆ, ਉਹਨੂੰ ਤੁਸੀਂ ਕਹਿੰਦੇ ਹੋ ਬੈਲੈਂਸਡ ਗਰੋਥ। ਉਸ ਤੋਂ ਬਾਅਦ ਬੇਸ ਕੀ ਹੈ ਇਸ ਥਿਊਰੀ ਦਾ? ਇਸ ਥਿਊਰੀ ਨੂੰ ਐਕਸਪਲੇਨ ਕਰਨ ਲਈ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਨੈਸ਼ਨਲ ਇਨਕਮ ਆ, ਉਹਦੀ ਮੰਗ ਅਤੇ ਪੂਰਤੀ ਦੋਵਾਂ ਦੇ ਉੱਤੇ ਤੁਹਾਡੀ ਡਿਵੈਲਪਮੈਂਟ ਹੈ ਜਿਹੜੀ ਉਹ ਡਿਪੈਂਡ ਕਰਦੀ ਹੈ। ਸਪਲਾਈ ਸਾਈਡ ਤੋਂ ਉਹਨਾਂ ਨੇ ਇਹਨੂੰ ਐਕਸਪਲੇਨ ਕੀਤਾ, ਅਤੇ ਇੱਕ ਡਿਮਾਂਡ ਸਾਈਡ ਤੋਂ ਐਕਸਪਲੇਨ ਕੀਤਾ। ਅੰਡਰ ਡਿਵੈਲਪ ਕੰਟਰੀ ਦੇ ਵਿੱਚ ਜਿਹੜੀ ਪੂਰਤੀ ਆ, ਉਹ ਤੁਹਾਡੀ ਰਾਸ਼ਟਰੀ ਉਤਪਾਦਨ ਘੱਟ ਹੁੰਦਾ ਹੈ। ਦੇਸ਼ ਵਿੱਚ ਪੂਰਤੀ ਮਤਲਬ ਜਿਹੜਾ ਤੁਹਾਡਾ ਨੈਸ਼ਨਲ ਆਊਟਪੁੱਟ ਆ, ਉਹ ਘੱਟ ਹੁੰਦਾ। ਨੈਸ਼ਨਲ ਆਊਟਪੁੱਟ ਕਿਉਂ ਘੱਟ ਹੁੰਦੀ ਆ? ਕਿਉਂਕਿ ਇਸ ਦਾ ਕਾਰਨ ਕਿਉਂ ਹੁੰਦਾ ਕਿ ਸਾਡੇ ਆਮਦਨ ਬਹੁਤ ਘੱਟ ਹੁੰਦੀ ਆ। ਆਮਦਨ ਕਿਉਂ ਘੱਟ ਹੁੰਦੀ ਆ? ਕਿਉਂਕਿ ਸਾਡੀ ਬੱਚਤ ਘੱਟ ਹੁੰਦੀ ਆ, ਕਿਉਂਕਿ ਸਾਡਾ ਨਿਵੇਸ਼ ਘੱਟ ਹੁੰਦਾ, ਇਨਵੈਸਟਮੈਂਟ ਘੱਟ ਹੁੰਦੀ ਆ, ਕਿਉਂਕਿ ਸਾਡੀ ਪ੍ਰੋਡਕਟਿਵਿਟੀ ਘੱਟ ਹੁੰਦੀ ਆ। ਪ੍ਰੋਡਕਟਿਵਿਟੀ ਕਿਉਂ ਘੱਟ ਹੁੰਦੀ ਹੈ? ਕਿਉਂਕਿ ਸਾਡੀ ਆਮਦਨ ਘੱਟ ਹੁੰਦੀ ਹੈ। ਮਤਲਬ ਇਹ ਉਹਨਾਂ ਨੇ ਬੇਸ ਦਿੱਤਾ ਕਿ ਤੁਹਾਡੀ ਜਿਹੜੀ ਆ ਆਊਟਪੁੱਟ ਘੱਟ ਆ, ਕਿਉਂਕਿ ਤੁਹਾਡੀ ਇਨਕਮ ਘੱਟ ਆ, ਕਿਉਂਕਿ ਤੁਹਾਡੀ ਸੇਵਿੰਗ ਘੱਟ ਆ, ਕਿਉਂਕਿ ਤੁਹਾਡੀ ਇਨਵੈਸਟਮੈਂਟ ਘੱਟ ਆ, ਕਿਉਂਕਿ ਤੁਹਾਡੀ ਪ੍ਰੋਡਕਟਿਵਿਟੀ ਘੱਟ ਆ। ਪ੍ਰੋਡਕਟਿਵਿਟੀ ਕਿਉਂ ਘੱਟ ਆ? ਕਿਉਂਕਿ ਤੁਹਾਡੀ ਆਮਦਨ ਘੱਟ ਆ। ਇਹਦਾ ਮਤਲਬ ਤੁਹਾਡੀ ਜਿਹੜੀ ਆਊਟਪੁੱਟ ਘੱਟ ਆ, ਉਹਦਾ ਮੇਨ ਕਾਰਨ ਕੀ ਆ? ਕਿ ਆਮਦਨ ਘੱਟ ਆ। ਆਮਦਨ ਘੱਟ ਹੋਣ ਦੇ ਕਾਰਨ ਸੇਵਿੰਗ, ਇਨਵੈਸਟਮੈਂਟ ਅਤੇ ਪ੍ਰੋਡਕਟਿਵਿਟੀ ਦਾ ਘੱਟ ਹੋਣਾ। ਫਿਰ ਉਹਨਾਂ ਨੇ ਡਿਮਾਂਡ ਸਾਈਡ ਤੋਂ ਵੀ ਦਿੱਤਾ ਕਿ ਤੁਹਾਡੇ ਲੋਕਾਂ ਦੀ ਜਿਹੜੀ ਡਿਮਾਂਡ ਆ, ਪਰਚੇਜ਼ਿੰਗ ਪਾਵਰ ਆ, ਉਹ ਵੀ ਘੱਟ ਹੁੰਦੀ ਆ, ਖਰੀਦ ਸ਼ਕਤੀ ਘੱਟ ਹੁੰਦੀ ਆ। ਕਿਉਂ ਘੱਟ ਹੁੰਦੀ ਆ? ਕਿਉਂਕਿ ਆਮਦਨ ਘੱਟ ਹੁੰਦੀ ਆ, ਕਿਉਂਕਿ ਘੱਟ ਕਾਰਜ ਸ਼ਕਤੀ ਜਿਹੜੀ ਬਿਲ ਪਾਵਰ ਆ, ਉਹ ਘੱਟ ਹੁੰਦੀ ਆ, ਮਤਲਬ ਵਰਕਿੰਗ ਕਪੈਸਿਟੀ ਘੱਟ ਹੁੰਦੀ। ਕਿਉਂਕਿ ਇਨਵੈਸਟਮੈਂਟ ਘੱਟ ਹੁੰਦੀ ਆ, ਕਿਉਂਕਿ ਪ੍ਰੋਡਕਟਿਵਿਟੀ ਘੱਟ ਹੁੰਦੀ। ਕਿਉਂਕਿ ਆਮਦਨ ਘੱਟ ਹੁੰਦੀ ਹੈ। ਮਤਲਬ ਇੱਕ ਤਰ੍ਹਾਂ ਦੇ ਨਾਲ ਆਮਦਨ ਘੱਟ ਹੋਣ ਦਾ ਹੀ ਕਾਰਨ ਆ, ਆਮਦਨ ਘੱਟ ਹੋਣ ਕਰਕੇ ਹੀ ਤੁਹਾਡੀ ਡਿਮਾਂਡ ਵੀ ਘੱਟ ਹੁੰਦੀ ਹੈ ਅਤੇ ਤੁਹਾਡੀ ਸਪਲਾਈ ਵੀ ਘੱਟ ਹੁੰਦੀ ਹੈ। ਔਰ ਜਿਹੜੇ ਰਾਜਸਥਾਨ ਰੋਡਾਨ ਆ, ਇਹਨਾਂ ਨੇ ਜਦੋਂ ਆਪਣੇ ਸਿਧਾਂਤ ਦੀ ਇਸ ਸਿਧਾਂਤ ਦੀ ਵਿਆਖਿਆ ਕੀਤੀ ਆ, ਉਹਨਾਂ ਨੇ ਕੀ ਕਿਹਾ? ਰਾਜਸਥਾਨ ਰੋਡਾਨ ਨੇ ਕਿਹਾ, ਇੱਕ ਤਾਂ ਉਹਨਾਂ ਨੇ ਕਿਹਾ ਸਕੇਲ ਆਫ ਇਨਵੈਸਟਮੈਂਟ। ਉਹਨਾਂ ਨੇ ਕਿਹਾ ਕਿ ਇਸ ਵਿਚਾਰਧਾਰਾ ਦੇ ਅਨੁਸਾਰ ਮਾਰਕੀਟ ਦੀ ਸਪਲਾਈ ਅਤੇ ਜਿਹੜੀ ਡਿਮਾਂਡ ਆ, ਦੋਨਾਂ ਨੂੰ ਜੇ ਤੁਸੀਂ ਦੇਖਣਾ ਆ ਤਾਂ ਉਹਨਾਂ ਦੇ ਵਿੱਚ ਇੰਡੀਵਿਜ਼ੂਅਲਿਟੀਜ਼ ਪਾਈਆਂ ਜਾਂਦੀਆਂ। ਮਤਲਬ ਕੀ ਆ ਕਿ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਵੱਡੇ ਪੈਮਾਨੇ ਦੇ
ਨਿਵੇਸ਼ ਕੀਤਾ ਜਾਣਾ ਚਾਹੀਦਾ। ਇੰਡੀਵਿਜੂਅਲਿਟੀ ਪਾਈ ਜਾਂਦੀ ਹੈ ਸਪਲਾਈ 'ਚ, ਮਤਲਬ ਜੇ ਤੁਸੀਂ ਸਪਲਾਈ ਵੀ ਕਰਨੀ ਹੈ, ਤੁਸੀਂ ਲੈਂਡ, ਲੇਬਰ, ਕੈਪੀਟਲ, ਇੰਟਰਪ੍ਰੀਨਿਓਰ ਨੂੰ ਇਕੱਠਿਆਂ ਹੀ ਕੰਮ 'ਤੇ ਲਗਾਓਗੇ ਤਾਂ ਹੀ ਹੋਏਗਾ। ਤੁਸੀਂ ਉਹਦੇ ਵਿੱਚ ਜਿਹੜੀ ਮਸ਼ੀਨਰੀ ਯੂਜ਼ ਕਰ ਰਹੀ ਹੋ ਉਹ ਇਕੱਠੀ ਯੂਜ਼ ਕਰੋਗੇ, ਉਹਦੇ ਵਿੱਚ ਇੰਡੀਵਿਜੂਅਲਿਟੀ ਆ, ਔਰ ਇੰਡੀਵਿਜੂਅਲਿਟੀ ਹੋਣ ਦੇ ਕਰਕੇ ਤੁਹਾਨੂੰ ਬਿਗ ਪੁਸ਼ ਜਿਹੜੀ ਆ ਉਹ ਚਾਹੀਦਾ ਹੋਏਗਾ। ਬਿਗ ਪੁਸ਼ ਦੀ ਥਿਊਰੀ ਵੀ ਆਪਾਂ ਖੈਰ ਕਰ ਚੁੱਕੇ ਹਾਂ ਕਿ ਸਾਨੂੰ ਇਕੱਠੀ ਇਨਵੈਸਟਮੈਂਟ ਕਰਨੀ ਪਏਗੀ ਸਾਰੇ ਸੈਕਟਰਸ ਦੇ ਵਿੱਚ, ਤਾਂ ਜਾ ਕੇ ਸਾਡੀ ਜਿਹੜੀ ਡਿਵੈਲਪਮੈਂਟ ਪ੍ਰੋਸੈਸ ਆ ਉਹ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਸ਼ੁਰੂ ਹੋਏਗੀ। ਇਕੱਠੀ ਡਿਵੈਲਪਮੈਂਟ ਕਰਨ ਦਾ ਮਤਲਬ ਕਿ ਸਾਰੇ ਸੈਕਟਰਸ ਇਕੱਠੇ ਤੁਹਾਡੇ ਡਿਵੈਲਪ ਕਰਨੇ ਚਾਹੀਦੇ ਆ। ਇਹਦਾ ਮਤਲਬ ਤੁਹਾਡੇ ਕਿਹੜੀ ਹੋਣੀ ਚਾਹੀਦੀ ਆ, ਬੈਲੈਂਸਡ ਗਰੋਥ। ਉਸ ਤੋਂ ਬਾਅਦ ਪਾਥ ਆਫ ਡਿਵੈਲਪਮੈਂਟ ਐਂਡ ਪੈਟਰਨ ਆਫ ਇਨਵੈਸਟਮੈਂਟ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਬੈਲੈਂਸਡ ਗਰੋਥ ਚਾਹੁੰਦੇ ਹੋ, ਜੇ ਤੁਸੀਂ ਬੈਲੈਂਸਡ ਗਰੋਥ ਚਾਹੁੰਦੇ ਆ ਤਾਂ ਇਹਦਾ ਮਤਲਬ ਕੀ ਆ ਕਿ ਸਾਨੂੰ ਉਹ ਮਾਰਗ, ਮਤਲਬ ਉਹ ਤਰੀਕਾ, ਉਹ ਪਾਥ ਅਤੇ ਉਸ ਤਰ੍ਹਾਂ ਦਾ ਨਿਵੇਸ਼ ਦਾ ਢਾਂਚਾ ਜਿਹੜਾ ਲਿਆਉਣਾ ਚਾਹੀਦਾ ਜਿਹਦੇ ਨਾਲ ਜਿਹੜੀ ਤੁਹਾਡੀ ਡਿਵੈਲਪਮੈਂਟ ਆ ਉਹ ਕਿੱਦਾਂ ਦੀ ਹੋਵੇ, ਇਕੁਇਲੀਬਰੀਅਮ 'ਚ ਹੋਵੇ। ਬੈਲੈਂਸਡ ਗਰੋਥ ਹੋਣੀ ਚਾਹੀਦੀ ਕੰਜ਼ਿਊਮਰ ਗੁੱਡਸ ਇੰਡਸਟਰੀ ਦੀ, ਕੰਜ਼ਿਊਮਰ ਦੀਆਂ ਗੁੱਡਸ ਹੋਣਗੀਆਂ, ਗੁੱਡਸ ਇੰਡਸਟਰੀ ਹੋਏਗੀ, ਕੰਜ਼ਿਊਮਰ ਗੁੱਡਸ ਸਾਨੂੰ ਅਵੇਲੇਬਲ ਹੋਣਗੀਆਂ ਤਾਂ ਹੀ ਸਾਡੀ ਡਿਮਾਂਡ ਹੋਏਗੀ। ਅਤੇ ਬੈਲੈਂਸਡ ਗਰੋਥ ਜਿਹੜੀ ਸਾਡੀ ਹੋਣੀ ਚਾਹੀਦੀ ਹੈ ਸੋਸ਼ਲ ਅਤੇ ਇਕਨੋਮਿਕ ਓਵਰਹੈਡ ਕਾਸਟ ਦੀ, ਤੁਹਾਡੇ ਰੋਡ, ਪੁਲ, ਇਨਫਰਾਸਟਰਕਚਰ, ਤੁਹਾਡਾ ਬੈਲੈਂਸ ਗਰੋਥ ਉਹਦੇ ਵਿੱਚ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਕੰਜ਼ਿਊਮਰ ਗੁੱਡਸ ਇੰਡਸਟਰੀ, ਕੈਪੀਟਲ ਗੁੱਡਸ ਇੰਡਸਟਰੀ, ਸਾਰਿਆਂ ਦੀ ਬੈਲੈਂਸ ਗਰੋਥ ਹੋਣੀ ਚਾਹੀਦੀ ਹੈ। ਐਗਰੀਕਲਚਰ ਅਤੇ ਇੰਡਸਟਰੀਅਲ ਸੈਕਟਰ ਦੀ ਗਰੋਥ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਐਕਸਪਲੇਨੇਸ਼ਨ ਦਿੱਤੀ ਹੈ, ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਬੈਲੈਂਸਡ ਗਰੋਥ ਜੇ ਤੁਸੀਂ ਕਰਦੇ ਹੋ ਅਤੇ ਬੈਲੈਂਸ ਗਰੋਥ ਦੇ ਲਾਭ ਕੀ ਹੋਣਗੇ ਸਾਨੂੰ। ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਾਡੇ ਸਾਰੇ ਸੈਕਟਰਸ ਇਕੱਠੇ ਡਿਵੈਲਪ ਹੋਣਗੇ ਤਾਂ ਸਾਡੀ ਆਊਟਪੁੱਟ ਵਧੂਗੀ, ਸਾਰੇ ਸੈਕਟਰਸ ਡਿਵੈਲਪ ਹੋ ਗਏ, ਇਹਦਾ ਮਤਲਬ ਇਨਕਮ ਵੀ ਵਧੂਗੀ। ਇਹਦਾ ਮਤਲਬ ਕੀ ਆ, ਇਨਕਮ ਵਧੂਗੀ ਤਾਂ ਡਿਮਾਂਡ ਵਧੂਗੀ ਅਤੇ ਤੁਹਾਡਾ ਮਾਰਕੀਟ ਦਾ ਸਾਈਜ਼ ਵੱਡਾ ਹੋ ਜਾਏਗਾ। ਦੂਸਰਾ, ਐਕਸਟਰਨਲ ਇਕੋਨਮੀਜ਼, ਜਦੋਂ ਤੁਸੀਂ ਸਾਰੇ ਸੈਕਟਰ 'ਚ ਇਕੱਠੇ ਇਨਵੈਸਟਮੈਂਟ ਕਰੋਗੇ ਅਤੇ ਤੁਹਾਨੂੰ ਲਾਰਜ ਸਕੇਲ 'ਤੇ ਕੰਮ ਕਰਨ ਵਾਲੀਆਂ ਜਿਹੜੀ ਐਕਸਟਰਨਲ ਇਕੋਨਮੀਜ਼ ਆ ਉਹ ਮਿਲਣਗੀਆਂ। ਬਾਹਰੀ ਬਚਤਾਂ ਜਿਹੜੀਆਂ ਤੁਹਾਨੂੰ ਹੋਣਗੀਆਂ, ਇਹ ਬਾਹਰੀ ਬਚਤਾਂ ਖੜਵੀਆਂ ਅਤੇ ਵਰਟੀਕਲ ਅਤੇ ਹੋਰੀਜੈਂਟਲ ਦੋਨੇ ਹੋਣਗੀਆਂ। ਵਰਟੀਕਲ ਕਿਹੜੀਆਂ ਅਤੇ ਹੋਰੀਜੈਂਟਲ ਕਿਹੜੀਆਂ? ਹੋਰੀਜੈਂਟਲ ਇਕੋਨਮੀਜ਼ ਕਿਹੜੀਆਂ ਹੁੰਦੀਆਂ, ਜਿਹੜੀਆਂ ਇਹ ਉਹ ਬਚਤਾਂ ਉਸ ਸਮੇਂ ਪ੍ਰਾਪਤ ਹੁੰਦੀਆਂ ਜਦੋਂ ਉਪਭੋਗ ਵਸਤੂਆਂ ਬਣਾਉਣ ਵਾਲੇ ਉਦਯੋਗਾਂ ਦੀ ਸਥਾਪਨਾ ਕੀਤੀ ਜਾਂਦੀ ਆ। ਜਦੋਂ ਤੁਸੀਂ ਕੰਜ਼ਿਊਮਰ ਗੁੱਡਸ ਨੂੰ ਪ੍ਰੋਡਿਊਸ ਕਰਨ ਵਾਲੇ ਇੰਡਸਟਰੀ ਨੂੰ ਡਿਵੈਲਪ ਕਰਦੇ ਹਾਂ ਅਤੇ ਇਹਦੇ ਨਾਲ ਇੱਕ ਇੰਡਸਟਰੀ ਨੂੰ ਡਿਵੈਲਪ ਕਰਦੇ ਹਾਂ, ਦੂਸਰੀ ਹੋ ਜਾਂਦੀ ਹੈ, ਤੀਸਰੀ ਹੋ ਜਾਂਦੀ ਹੈ, ਚੌਥੀ ਹੋ ਜਾਂਦੀ, ਮਤਲਬ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹਦੇ ਕਰਕੇ ਤੁਹਾਨੂੰ ਉਦਯੋਗਾਂ ਵਿੱਚ ਨਿਵੇਸ਼ ਕਰਨ ਦੇ ਨਾਲ ਸਾਰੇ ਉਦਯੋਗਾਂ ਲਈ ਵੱਡਾ ਬਾਜ਼ਾਰ ਇੱਕ ਬਣ ਜਾਂਦਾ। ਮਤਲਬ ਦੇਖੋ ਇੱਕ ਪ੍ਰੋਡਕਟ ਕੋਈ ਪ੍ਰੋਡਿਊਸ ਕਰਦਾ ਪਿਆ, ਉਹ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰ ਸਾਰਿਆਂ ਨੂੰ ਕੰਮ 'ਤੇ ਲਗਾਉਂਦਾ ਪਿਆ ਨਾ। ਜਿਹੜਾ ਪ੍ਰੋਡਕਟ ਪ੍ਰੋਡਿਊਸ ਕਰੂਗਾ ਅਤੇ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰ ਸਭ ਨੂੰ ਇਨਕਮ ਤਾਂ ਹੁੰਦੀ ਪਈ ਆ, ਪਰ ਜਿਹੜਾ ਪ੍ਰੋਡਕਟ ਉਹ ਪ੍ਰੋਡਿਊਸ ਕਰਨਗੇ ਉਹ ਸਾਰੇ ਆਪਣੀ ਇਨਕਮ ਦੇ ਨਾਲ ਸਾਰੇ ਉਹੀ ਪ੍ਰੋਡਕਟ ਥੋੜ੍ਹੀ ਨਾ ਖਰੀਦਣਗੇ। ਇਹਦਾ ਮਤਲਬ ਖਰੀਦਣ ਲਈ ਸਾਡੇ ਕੋਲ ਹੋਰ ਪ੍ਰੋਡਕਟ ਹੋਣਾ ਚਾਹੀਦਾ। ਉਹਨਾਂ ਦੀ ਇਨਕਮ, ਉਹ ਆਪਣੀ ਇਨਕਮ ਦੇ ਨਾਲ ਕੋਈ ਹੋਰ ਪ੍ਰੋਡਕਟ ਖਰੀਦਣਗੇ। ਇਸ ਤਰ੍ਹਾਂ ਜਿਹੜੀ ਤੁਹਾਨੂੰ ਬੱਚਤ ਉਹ ਪ੍ਰਾਪਤ ਹੋਣੀ ਸ਼ੁਰੂ ਹੋ ਜਾਏਗੀ। ਵਰਟੀਕਲ ਇਕੋਨਮੀਜ਼ ਕੀ ਹੁੰਦੀਆਂ ਕਿ ਜਦੋਂ ਤੁਸੀਂ ਬੁਨਿਆਦੀ ਢਾਂਚਾ, ਬੇਸਿਕ ਇੰਡਸਟਰੀਜ਼ ਜਿਹੜੀਆਂ ਡਿਵੈਲਪ ਕਰਦੇ ਹੋ ਅਤੇ ਆਪਣੇ ਆਪ ਜਿਹੜੀਆਂ ਛੋਟੀਆਂ ਇੰਡਸਟਰੀਜ਼ ਉਹਨਾਂ ਦਾ ਡਿਵੈਲਪਮੈਂਟ ਜਿਹੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਪ੍ਰੋਪਰ ਡਿਵੀਜ਼ਨ ਆਫ ਲੇਬਰ ਪੋਸੀਬਲ ਆ। ਤੁਸੀਂ ਸਾਰੀ ਜਗ੍ਹਾ ਇਨਵੈਸਟਮੈਂਟ ਕੀਤੀ ਹੋਈ ਹੈ ਅਤੇ ਜਿਹਦੇ ਵਿੱਚ ਸਪੈਸ਼ਲਾਈਜੇਸ਼ਨ ਹੋਏਗੀ ਲੇਬਰ ਨੂੰ, ਜਿਹਦੇ ਵਿੱਚ ਉਹਨੂੰ ਸਕਿੱਲਸ ਹੋਣਗੀਆਂ, ਉਹ ਉਹਦੇ ਵਿੱਚ ਜਾ ਕੇ ਕੰਮ ਕਰੇਗਾ ਅਤੇ ਆਪਣੀ ਵਧੀਆ ਆਊਟਪੁੱਟ ਦੇਗਾ। ਕੈਪੀਟਲ ਦਾ ਵਧੀਆ ਯੂਜ਼ ਹੋਏਗਾ ਕਿਉਂਕਿ ਸਾਰੇ ਲੋਕ ਕੰਮ ਕਰਦੇ ਪਏ ਆ, ਸਾਰੀ ਜਗ੍ਹਾ ਕੰਮ ਹੁੰਦਾ ਪਿਆ, ਤੇਜ਼ੀ ਨਾਲ ਵਿਕਾਸ ਹੁੰਦਾ ਪਿਆ ਅਤੇ ਬੈਟਰ ਯੂਜ਼ ਆ ਜਿਹੜਾ ਕੈਪੀਟਲ ਦਾ ਉਹ ਪੋਸੀਬਲ ਆ। ਉਸ ਤੋਂ ਬਾਅਦ ਬਿਨਾਂ ਸ਼ੱਕ ਜਦੋਂ ਸਾਰੇ ਸੈਕਟਰ 'ਚ ਇਕੱਠੇ ਡਿਵੈਲਪ ਕਰਦੇ ਪਏ ਆ, ਇਨਫਰਾਸਟਰਕਚਰ ਡਿਵੈਲਪ ਹੁੰਦਾ ਪਿਆ, ਐਗਰੀਕਲਚਰ ਡਿਵੈਲਪ ਹੁੰਦਾ ਪਿਆ, ਟਰਸ਼ਰੀ ਸੈਕਟਰ ਡਿਵੈਲਪ ਹੁੰਦਾ ਪਿਆ, ਸੈਕੰਡਰੀ ਸੈਕਟਰ ਵੀ ਡਿਵੈਲਪ ਹੁੰਦਾ ਪਿਆ, ਬਿਜਲੀ ਦੀਆਂ ਸਹੂਲਤਾਂ ਵੀ ਵਧੀਆਂ ਪਈਆਂ, ਸਿੰਚਾਈ ਸਹੂਲਤਾਂ ਮਿਲਦੀਆਂ ਪਈਆਂ, ਫਿਜ਼ੀਕਲ ਜਿਹੜੀ ਲੇਬਰ ਆ ਉਹ ਵੱਧਦੀ ਪਈ ਆ। ਉਸ ਤੋਂ ਬਾਅਦ ਤੁਹਾਡਾ ਵਿਦੇਸ਼ੀ ਵਪਾਰ ਡਿਵੈਲਪ ਹੁੰਦਾ ਪਿਆ, ਤੁਹਾਡਾ ਇੰਡਸਟਰੀ ਡਿਵੈਲਪ ਹੁੰਦੀ ਪਈ, ਤੁਹਾਡਾ ਇੰਟਰਨਲ ਟਰੇਡ ਡਿਵੈਲਪ ਹੁੰਦਾ ਪਿਆ। ਇਹਦੇ ਨਾਲ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਦੀ ਜਿਹੜੀ ਪ੍ਰੋਸੈਸ ਦੀ ਰੇਟ ਆ ਉਹ ਵੱਧ ਜਾਏਗੀ। ਉਸ ਤੋਂ ਬਾਅਦ ਪ੍ਰਾਈਵੇਟ ਸੈਕਟਰ, ਬਿਨਾਂ ਸ਼ੱਕ ਜਦੋਂ ਸਾਰੀ ਜਗ੍ਹਾ ਇਸ ਤਰ੍ਹਾਂ ਡਿਵੈਲਪਮੈਂਟ ਹੋਏਗੀ ਤਾਂ ਆਪਟੀਮਿਜ਼ਮ ਆਏਗਾ, ਉਹਦੇ ਨਾਲ ਪ੍ਰਾਈਵੇਟ ਸੈਕਟਰ ਡਿਵੈਲਪ ਕਰੇਗਾ। ਇਹਦੇ ਨਾਲ ਫਿਰ ਜਿਹੜੀ ਤੁਹਾਡੀ ਉਹ ਵਿਸ਼ੀਅਸ ਸਰਕਲ ਪਾਵਰਟੀ ਆ, ਜਿਹਦੇ ਵਿੱਚ ਅਸੀਂ ਕਹਿੰਦੇ ਕਿ ਸਪਲਾਈ ਸਾਈਡ ਦੀ ਪ੍ਰੋਬਲਮ, ਤੁਹਾਡੀ ਇਨਕਮ ਘੱਟ ਆ, ਡਿਮਾਂਡ ਸਾਈਡ ਦੀ ਪ੍ਰੋਬਲਮ ਵੀ ਇਹ ਕਿ ਤੁਹਾਡੀ ਇਨਕਮ ਘੱਟ ਆ, ਉਹ ਪ੍ਰੋਬਲਮ ਵੀ ਸਾਡੀ ਖਤਮ ਹੋ ਜਾਏਗੀ। ਉਸ ਤੋਂ ਬਾਅਦ ਇਨਕਰੇਜਮੈਂਟ ਟੂ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ, ਫਿਰ ਤੁਸੀਂ ਜਦੋਂ ਐਕਸਪੋਰਟ ਕਰੋਗੇ ਤਾਂ ਬਿਨਾਂ ਸ਼ੱਕ ਤੁਸੀਂ ਸਪੈਸ਼ਲਾਈਜੇਸ਼ਨ ਉਹਦੇ ਵਿੱਚ ਪ੍ਰਾਪਤ ਕਰ ਸਕਦੇ ਹੋ। ਜਦੋਂ ਜ਼ਿਆਦਾ ਪ੍ਰੋਡਿਊਸ ਕਰੋਗੇ, ਨਵੀਂ ਟੈਕਨੋਲੋਜੀ ਲਗਾਓਗੇ, ਸਪੈਸ਼ਲਾਈਜੇਸ਼ਨ ਹੋਏਗੀ। ਉਸ ਤੋਂ ਬਾਅਦ ਸੋਸ਼ਲ ਓਵਰਹੈਡ ਕਾਸਟ ਆ, ਜਿਹੜੀ ਤੁਹਾਡੇ ਰੋਡ, ਪੁਲ, ਨਹਿਰਾਂ, ਸਿੰਚਾਈ ਦੇ ਸਾਧਨ, ਆਵਾਜਾਈ ਦੇ ਸਾਧਨ, ਟਰਾਂਸਪੋਰਟੇਸ਼ਨ, ਕਮਿਊਨੀਕੇਸ਼ਨ ਸਾਰੇ ਡਿਵੈਲਪ ਹੋ ਜਾਣਗੇ। ਪਰ ਇਹਦੇ ਕੁਝ ਇੱਕ ਡਰਾਬੈਕਸ ਵੀ ਆ। ਇਹ ਬੈਲੈਂਸ ਗਰੋਥ ਦੇ ਕ੍ਰਿਟੀਸਿਜ਼ਮ ਵੀ ਆ, ਮਤਲਬ ਡਰਾਬੈਕਸ, ਕਮੀਆਂ ਵੀ ਆ, ਕ੍ਰਿਟੀਸਾਈਜ਼ ਕੀਤਾ ਜਾਂਦਾ ਇਹਨਾਂ ਨੂੰ। ਫਲੈਮਿੰਗ, ਸਿੰਗਰ, ਹਰਸ਼ਮੈਨ ਵਰਗੇ ਜਿਹੜੇ ਇਕੋਨਮਿਸਟ ਆ ਇਸ ਕੰਸੈਪਟ ਦਾ ਬੈਲੈਂਸ ਗਰੋਥ ਕਿ ਸਾਰੇ ਇਕੋਨਮੀ ਦੇ ਸਾਰੇ ਸੈਕਟਰਸ ਇਕੱਠੇ ਡਿਵੈਲਪ ਕਰਨ, ਇਹਦਾ ਵਿਰੋਧ ਵੀ ਕਰਦੇ ਆ। ਉਹ ਕਹਿੰਦੇ ਅਨਰੀਅਲਿਸਟਿਕ ਔਰ ਇਗਨੋਰ ਸਕੇਰਸਿਟੀ ਆਫ ਰਿਸੋਰਸਿਸ। ਜਿੱਥੇ ਤੁਹਾਡੇ ਕੋਲ ਰਿਸੋਰਸਿਸ ਦੀ ਕਮੀ ਆ ਅੰਡਰ ਡਿਵੈਲਪ ਕੰਟਰੀਜ਼ 'ਚ, ਕਿਉਂਕਿ ਸਾਡੀ ਇਨਕਮ ਘੱਟ ਆ ਇਸ ਲਈ ਡਿਮਾਂਡ ਘੱਟ ਆ, ਕਿਉਂਕਿ ਇਨਕਮ ਘੱਟ ਆ ਇਸ ਲਈ ਸਪਲਾਈ ਘੱਟ ਆ।
ਫਿਰ ਤੁਸੀਂ ਇਕਨੋਮਿਕ ਬੈਲੈਂਸ ਗਰੋਥ ਕਿੱਦਾਂ ਕਰੋਗੇ, ਕਿਉਂਕਿ ਉਹਦੇ ਲਈ ਤਾਂ ਬਿਗ ਪੁਸ਼ ਚਾਹੀਦਾ ਨਾ, ਜ਼ਿਆਦਾ ਇਨਵੈਸਟਮੈਂਟ, ਸਾਰੀ ਜਗ੍ਹਾ ਇਕੱਠੀ ਇਨਵੈਸਟਮੈਂਟ ਚਾਹੀਦੀ ਹੋਣੀ ਆ, ਉਹ ਕਿੱਥੋਂ ਕਰੋਗੇ। ਉਸ ਤੋਂ ਬਾਅਦ ਇਗਨੋਰਸ ਦੀ ਨੀਡ ਆਫ ਪਲੈਨਿੰਗ, ਤੇ ਇਹਨਾਂ ਨੇ ਕਿਤੇ ਇਹ ਤਾਂ ਕਿਹਾ ਨਹੀਂ ਕਿ ਬੈਲੈਂਸ ਗਰੋਥ ਕਰਨ ਲਈ ਪਲੈਨਿੰਗ ਚਾਹੀਦੀ ਹੋਏਗੀ, ਪਲੈਨਿੰਗ ਦੇ ਨਾਲ ਬੈਲੈਂਸ ਗਰੋਥ ਕੀਤੀ ਜਾ ਸਕਦੀ ਹੈ। ਫਿਰ ਐਕਸਟਰਨਲ ਡਿਸਇਕੋਨਮੀਜ਼, ਜਿਸ ਤਰ੍ਹਾਂ ਉਹਨੇ ਕਿਹਾ ਇਕੋਨਮੀਜ਼ ਮਿਲਣਗੀਆਂ ਤੁਹਾਨੂੰ, ਬਚਤਾਂ ਹੋਣਗੀਆਂ, ਤੁਹਾਨੂੰ ਇਕੱਠੇ ਕੰਮ ਕਰਨ ਦੀਆਂ ਹਾਨੀਆਂ ਵੀ ਹੋਣਗੀਆਂ, ਤੁਹਾਨੂੰ ਲੇਬਰ ਨਹੀਂ ਆਸਾਨੀ ਨਾਲ ਮਿਲੇਗੀ, ਤੁਹਾਨੂੰ ਰॉ ਮਟੀਰੀਅਲ ਨਹੀਂ ਆਸਾਨੀ ਦੇ ਨਾਲ ਮਿਲੇਗਾ, ਤੁਹਾਡੀ ਲੇਬਰ ਦੀ ਕਾਸਟ ਵੱਧ ਜਾਏਗੀ, ਤੁਹਾਡੇ ਰॉ ਮਟੀਰੀਅਲ ਦਾ ਪ੍ਰਾਈਸ ਵੱਧ ਜਾਏਗਾ, ਤੁਹਾਡੇ ਲੇਬਰ ਦੀਆਂ ਵੇਜਸ ਵੱਧ ਜਾਣਗੀਆਂ, ਇਹ ਵੀ ਤੁਹਾਨੂੰ ਪ੍ਰੋਬਲਮ ਹੋਏਗੀ। ਡਿਵੈਲਪਮੈਂਟ ਫਰੋਮ ਦੀ ਸਕ੍ਰੈਚ, ਅਤੇ ਸੰਤੁਲਿਤ ਵਿਕਾਸ ਦੀ ਧਾਰਨਾ ਦਾ ਸਿਧਾਂਤ ਇਸ ਧਾਰਨਾ ਨੂੰ ਲੈ ਕੇ ਚੱਲਦਾ ਕਿ ਅਲੱਗ ਵਿਕਸਿਤ ਦੇਸ਼ ਹੈ ਜਿਹੜੇ, ਉਹਨਾਂ ਨੇ ਤਾਂ ਜ਼ੀਰੋ ਤੋਂ ਸਟਾਰਟ ਕਰਨਾ ਜੀ, ਉਹਨਾਂ ਨੇ ਇਨੀਸ਼ੀਅਲ ਹੈ, ਉਹਨਾਂ ਦੀ ਮੁੱਢਲੀ ਸਟੇਜ ਆ, ਹਮੇਸ਼ਾ ਇੱਦਾਂ ਥੋੜ੍ਹੀ ਨਾ ਹੁੰਦਾ, ਕਈ ਵਾਰ ਤਾਂ ਆਪਾਂ ਵਿੱਚੋਂ ਜਾ ਕੇ, ਕਈ ਵਾਰ ਆਪਾਂ ਸਟਾਰਟਿੰਗ ਕਰ ਲਈ ਹੁੰਦੀ ਪਹਿਲਾਂ। ਨੀਡ ਨੋਟ ਅ ਥਿਊਰੀ ਆਫ ਡਿਵੈਲਪਮੈਂਟ, ਇਹ ਡਿਵੈਲਪਮੈਂਟ ਦੀ ਕੋਈ ਥਿਊਰੀ ਨਹੀਂ ਹੈ, ਜਸਟ ਇੱਕ ਗੱਲਾਂ ਬਾਤਾਂ ਹੀ ਕਹਿ ਦਿੰਦੇ ਆ ਇਕੋਨਮਿਸਟ ਕਹਿੰਦੇ, ਇਹ ਕੋਈ ਪ੍ਰੋਪਰ ਥਿਊਰੀ ਨਹੀਂ ਹੈ, ਹਰਸ਼ਮੈਨ ਦਾ ਬਣਾਉਣਾ ਸੀਗਾ। ਸੇਮ ਪਾਲਿਸੀ ਫਾਰ ਦੀ ਡਿਵੈਲਪਮੈਂਟ ਐਂਡ ਡਿਵੈਲਪ ਕੰਟਰੀਜ਼, ਫਿਰ ਉਹ ਵੀ ਕਹਿੰਦੇ ਆ ਕਿ ਰੋਡਾਨ ਤਾਂ ਸੇਮ ਪਾਲਿਸੀ ਦੀ ਜਾਂਦਾ ਡਿਵੈਲਪ ਕੰਟਰੀ ਲਈ ਵੀ ਅਤੇ ਅੰਡਰ ਡਿਵੈਲਪ ਕੰਟਰੀ ਲਈ ਵੀ, ਅਤੇ ਨੋਟ ਸਪੋਰਟਡ ਬਾਈ ਹਿਸਟਰੀ ਦੇ ਵਿੱਚ ਕਿਸੇ ਵੀ ਕੰਟਰੀ ਦੀ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਕਿ ਉਹਨਾਂ ਨੇ ਬੈਲੈਂਸਡ ਗਰੋਥ ਤੋਂ ਸ਼ੁਰੂ ਕੀਤਾ ਹੋਵੇ, ਇਹ ਵੀ ਇਕੋਨਮਿਸਟ ਦਾ ਕ੍ਰਿਟਿਕਸ ਦਾ ਮੰਨਣਾ ਆ। ਸਕੇਰਸਿਟੀ ਆਫ ਦੀ ਫੈਕਟਰ ਆਫ ਪ੍ਰੋਡਕਸ਼ਨ, ਫਿਰ ਜਦੋਂ ਉਤਪਾਦਨ ਦੇ ਸਾਧਨਾਂ ਦੀ ਕਮੀ ਹੋਏਗੀ, ਤੁਸੀਂ ਬੈਲੈਂਸਡ ਗਰੋਥ ਕਿੱਦਾਂ ਕਰੋਗੇ, ਤੁਸੀਂ ਸਾਰੀ ਇਕੋਨਮੀ ਦੇ ਸਾਰੇ ਸੈਕਟਰਸ ਦੇ ਵਿੱਚ ਇਕੱਠੀ ਡਿਵੈਲਪਮੈਂਟ ਕਿੱਦਾਂ ਕਰੋਗੇ। ਇਕੱਠੀ ਡਿਵੈਲਪਮੈਂਟ ਜਦੋਂ ਕਰੋਗੇ, ਇਨਕਮ ਵਧੇਗੀ, ਆਊਟਪੁੱਟ ਦੇ ਇਨਕਮ ਦੇ ਵਿੱਚ ਇੱਕ ਐਗਜੀਸਟੇਸ਼ਨ ਪੀਰੀਅਡ ਹੁੰਦਾ ਨਾ, ਕਿ ਤੁਸੀਂ ਤੁਹਾਡੀ ਇਨਕਮ ਅੱਜ ਹੁੰਦੀ ਪਈ ਆ, ਪਰ ਤੁਹਾਡੀ ਆਊਟਪੁੱਟ ਥੋੜ੍ਹੀ ਦੇਰ ਬਾਅਦ 'ਚ ਹੋਏਗੀ, ਫਿਰ ਉਹਦੇ ਨਾਲ ਉਨੀ ਦੇਰ 'ਚ ਡਿਮਾਂਡ ਵੱਧ ਕੇ ਅਤੇ ਪ੍ਰਾਈਸ ਵੱਧ ਜਾਏਗਾ, ਇਨਫਲੇਸ਼ਨ ਹੋ ਜਾਏਗੀ। ਅਤੇ ਕੰਟਰੇਰੀ ਟੂ ਦੀ ਥਿਊਰੀ ਆਫ ਕੰਪੈਰੇਟਿਵ ਕਾਸਟ, ਇੱਕ ਕੰਪੈਰੇਟਿਵ ਕਾਸਟ ਦਾ ਸਿਧਾਂਤ ਸੀਗਾ ਨਾ, ਕਿ ਕੰਪੈਰੇਟਿਵ ਕਾਸਟ ਦਾ ਸਿਧਾਂਤ ਕੀ ਹੈ ਕਿ ਜਿਹਦੇ ਵਿੱਚ ਤੁਹਾਡੀ ਕਾਸਟ ਘੱਟ ਆਉਂਦੀ ਪਈ ਆ, ਤੁਸੀਂ ਉਹ ਪ੍ਰੋਡਕਟ ਜਿਹੜਾ ਉਹ ਪ੍ਰੋਡਿਊਸ ਕਰ ਲੋਗੇ, ਪਰ ਇਹ ਉਸ ਸਿਧਾਂਤ ਨੂੰ ਤਾਂ ਕਿਤੇ ਦਿਖਦਾ ਹੀ ਨਹੀਂ ਪਿਆ। ਇਹ ਤਾਂ ਕਹਿੰਦਾ ਬੈਲੈਂਸਡ ਗਰੋਥ ਕਰੋ, ਆਪਣੀ ਇਕੋਨਮੀ ਦੇ ਵਿੱਚ ਸਭ ਕੁਛ ਡਿਵੈਲਪ ਕਰ ਲਓ, ਪ੍ਰੋਡਿਊਸ ਕਰ ਲਓ। ਅਨਰੀਅਲਿਸਟਿਕ ਕੰਜੰਪਸ਼ਨ ਆਫ ਦੀ ਕੰਪਲੀਮੈਂਟੈਰਿਟੀ ਆਫ ਦੀ ਇੰਡਸਟਰੀਜ਼, ਇਹ ਕਹਿੰਦਾ ਹੈ ਕਿ ਜਿਹੜੀਆਂ ਇੰਡਸਟਰੀਜ਼ ਆ ਇੱਕ ਦੂਸਰੇ ਦੇ ਕੰਪਲੀਮੈਂਟਰੀ ਹੁੰਦੀ ਹੈ, ਇੱਕ ਦੂਸਰੇ ਦੇ ਪੂਰਕ ਹੁੰਦੀਆਂ, ਪਰ ਸਾਰੀਆਂ ਇੰਡਸਟਰੀਜ਼ ਇੱਕ ਦੂਸਰੇ ਦੇ ਪੂਰਕ ਨਹੀਂ ਹੁੰਦੀਆਂ, ਉਹ ਅਸਲ 'ਚ ਕੰਪੀਟੀਸ਼ਨ 'ਚ ਹੁੰਦੀਆਂ ਇੱਕ ਦੂਸਰੇ ਦੇ, ਔਰ ਇਸ ਲਈ ਉਹ ਕਹਿੰਦੇ ਆ ਕਿ ਬੈਲੈਂਸਡ ਗਰੋਥ ਦੀ ਥਿਊਰੀ ਕੋਈ ਬਹੁਤ ਵਧੀਆ ਥਿਊਰੀ ਨਹੀਂ ਹੈ। ਪਰ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਸਿੰਗਰ ਨੇ ਕਿਹਾ ਸੀਗਾ ਕਿ ਅਲਵਿਕਸਿਤ ਦੇਸ਼ਾਂ ਦੀਆਂ ਪ੍ਰਸਥਿਤੀਆਂ ਲਈ ਸਾਹਮਣੇ ਤੋਂ ਹਮਲੇ ਦੀ ਅਪੇਖਿਆ ਛਾਪਮਾਰ ਦੇ ਯੁੱਧ ਕਲਾ ਵੱਧ ਉਪਯੋਗੀ ਹੈ। ਅਪੇਖਿਆ ਛਾਪਾਮਾਰ ਦੇ ਯੁੱਧ ਕਲਾ ਵੱਧ ਉਪਯੋਗੀ ਹੈ, ਮੀਨਜ਼ ਕਿ ਜਿਹੜੀ ਤੁਸੀਂ ਸਾਹਮਣੇ ਤੋਂ ਹਮਲਾ ਕਰਨ ਦੀ ਬਜਾਏ ਤੁਸੀਂ ਛਾਪਾਮਾਰ ਯੁੱਧ ਕਰ ਸਕਦੇ ਹੋ ਵਿਕਸਿਤ ਦੇਸ਼ਾਂ ਦੇ ਵਿੱਚ, ਮੀਨਜ਼ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਇੱਕ ਤਰ੍ਹਾਂ ਦੇ ਨਾਲ ਅੰਡਰ ਡਿਵੈਲਪ ਕੰਟਰੀਜ਼ ਦੇ ਲਈ ਜਿਹੜੀ ਜ਼ਿਆਦਾ ਸੂਟ ਕਰਦੀ ਹੈ, ਉਹ ਅਨਬੈਲੈਂਸਡ ਗਰੋਥ ਦੀ ਸਟ੍ਰੈਟਜੀ ਸੂਟ ਕਰਦੀ ਹੈ। ਇਹਦੇ ਨਾਲ ਸਾਡਾ ਬੈਲੈਂਸਡ ਗਰੋਥ ਦਾ ਜਿਹੜਾ ਕੰਸੈਪਟ ਆ ਕੰਪਲੀਟ ਹੁੰਦਾ। ਥੈਂਕ ਯੂ ਸੋ ਮਚ।